BTV ਵੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਸਿਮਰਨਜੀਤ ਕੌਰ ਲੈ ਕੇ ਹਾਜ਼ਰ ਹਾਂ ਕੈਨੇਡਾ ਅਤੇ ਅੰਤਰਰਾਸ਼ਟਰੀ ਖਬਰਾਂ ਦਾ ਬੁਲੇਟਿਨ। ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਮੁੱਖ ਖਬਰਾਂ ਦੇ ਨਾਲ। ਕੈਲਗਰੀ ਦੇ ਬੋਰਨਸ ਹੋਮ 'ਚ ਇੱਕ ਵਿਅਕਤੀ ਦੀ ਮਿਲੀ ਲਾਸ਼, 2 ਵਿਅਕਤੀ ਗ੍ਰਿਫਤਾਰ। ਐਲਬਰਟਾ ਸਰਕਾਰ ਨੇ ਵੱਧ ਰਹੇ ਕ੍ਰਾਈਮ ਨੂੰ ਲੈ ਕੇ ਜਤਾਈ ਚਿੰਤਾ, ਨਵੇਂ ਸੁਰੱਖਿਆ ਪ੍ਰੋਟੋਕੋਲ ਕੀਤੇ ਪੇਸ਼। ਮੋਡਰਨਾ ਦੀ ਅਪਡੇਟਡ ਕੋਵਿਡ ਵੈਕਸੀਨ ਨੂੰ ਕੈਨੇਡਾ ਵਿੱਚ ਮਿਲੀ ਮਨਜ਼ੂਰੀ। ਕੋਵਿਡ ਦੇ XBB.1.5 ਦੇ ਵੇਰੀਐਂਟ ਨੂੰ ਟਾਰਗੇਟ ਕਰਦੀ ਹੈ ਇਹ ਵੈਕਸੀਨ। ਭਾਰੀ ਮੀਂਹ ਕਾਰਨ ਦੱਖਣੀ ਚੀਨ ਵਿੱਚ ਕਈ ਲੋਕਾਂ ਦੀ ਹੋਈ ਮੌਤ, 70 ਮਗਰਮੱਛ ਰਿਹਾਇਸ਼ੀ ਇਲਾਕਿਆਂ ਵਿੱਚ ਦਾਖਲ। ਹੁਣ ਖਬਰਾਂ ਵਿਸਥਾਰ ਨਾਲ। ਬੀਤੇ ਦਿਨ ਕੈਲਗਰੀ ਦੇ ਬੋਨਸ ਇਲਾਕੇ 'ਚ ਇੱਕ ਘਰ ਵਿੱਚ ਇੱਕ ਵਿਅਕਤੀ ਨੂੰ ਮ੍ਰਿਤਕ ਪਾਇਆ ਗਿਆ। 41 ਐਵੇਨਿਊ ਨਾਰਥ ਵੈਸਟ ਦੇ 7700 ਬਲਾਕ 'ਚ ਇੱਕ ਘਰ 'ਚ ਗੜਬੜੀ ਦੀ ਸੂਚਨਾ ਪੁਲਿਸ ਨੂੰ ਬੀਤੇ ਦਿਨ ਸਵੇਰੇ 3:26 ਦੇ ਕਰੀਬ ਮਿਲੀ। ਪੁਲਿਸ ਨੇ ਜਾਣਕਾਰੀ ਦਿੱਤੀ ਕਿ ਜਦੋਂ ਉਹ ਘਰ ਦੇ ਅੰਦਰ ਦਾਖਲ ਹੋਏ ਤਾਂ ਉਹਨਾਂ ਨੇ ਘਰ ਦੇ ਅੰਦਰ ਇੱਕ ਵਿਅਕਤੀ ਦੀ ਲਾਸ਼ ਬਰਾਮਦ ਕੀਤੀ। ਕੈਲਗਰੀ ਪੁਲਿਸ ਨੇ ਜਾਣਕਾਰੀ ਦਿੱਤੀ ਕਿ ਵਿਅਕਤੀ ਦੀ ਲਾਸ਼ ਨੂੰ ਵੇਖ ਕੇ ਜਾਪਦਾ ਹੈ ਕਿ ਉਸਤੇ ਚਾਕੂਆਂ ਨਾਲ ਕਈ ਵਾਰ ਹਮਲਾ ਕੀਤਾ ਗਿਆ ਹੈ, ਜਿਸ ਕਰਕੇ ਇਸ ਘਟਨਾ ਦੀ ਜਾਂਚ ਹੱਤਿਆ ਦੇ ਤੌਰ ਤੇ ਕੀਤੀ ਜਾ ਰਹੀ ਹੈ। ਪੁਲਿਸ ਨੇ ਜਾਣਕਾਰੀ ਦਿੱਤੀ ਕਿ ਘਟਨਾ ਵਾਲੀ ਥਾਂ ਤੋਂ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਐਲਬਰਟਾ ਦੀ ਸਰਕਾਰ ਨੇ ਐਲਬਰਟਾ ਦੇ ਪ੍ਰਮੁੱਖ ਸ਼ਹਿਰਾਂ ਵਿੱਚ ਵੱਧ ਰਹੀ ਹਿੰਸਾ ਅਤੇ ਕ੍ਰਾਈਮਸ ਨੂੰ ਵੇਖਦੇ ਹੋਏ ਇਹਨਾਂ ਚਿੰਤਾਵਾਂ ਨੂੰ ਦੂਰ ਕਰਨ ਲਈ ਸੁਰੱਖਿਆ ਨੂੰ ਲੈ ਕੇ ਨਵੇਂ ਪ੍ਰੋਟੋਕੋਲ ਪੇਸ਼ ਕੀਤੇ ਹਨ। ਨਵੀਆਂ ਪਹਿਲਕਦਮੀਆਂ ਵਿੱਚ ਸਰਕਾਰ ਦੁਆਰਾ ਟਾਰਗੇਟਡ ਪ੍ਰੋਸੀਕਿਊਸ਼ਨ ਯੂਨਿਟ ਦੀ ਸ਼ੁਰੂਆਤ ਦੇ ਨਾਲ-ਨਾਲ ਬੇਲ ਪ੍ਰੈਕਟਿਸ ਪ੍ਰੋਟੋਕੋਲ ਵਿੱਚ ਤਬਦੀਲੀਆਂ ਸ਼ਾਮਲ ਹਨ। ਐਡਮਿੰਟਨ ਵਿੱਚ ਇੱਕ ਨਿਊਜ਼ ਕਾਨਫਰੰਸ ਦੌਰਾਨ ਜਸਟਿਸ ਮਿਨਿਸਟਰ ਮਿਕੀ ਐਮਰੀ ਨੇ ਕਿਹਾ ਕਿ ਐਲਬਰਟਾ ਦੇ ਪ੍ਰਮੁੱਖ ਸ਼ਹਿਰੀ ਕੇਂਦਰਾਂ ਵਿੱਚ ਨਵੇਂ ਨਿਸ਼ਾਨਾ ਮੁਕੱਦਮਾ ਯੂਨਿਟਾਂ ਵਿੱਚ ਐਲਬਰਟਾ ਕਰਾਊਨ ਪ੍ਰੋਸੀਕਿਊਸ਼ਨ ਸਰਵਿਸ ਦੀਆਂ ਟੀਮਾਂ ਸ਼ਾਮਲ ਹੋਣਗੀਆਂ, ਜੋ ਅਪਰਾਧ ਦੇ ਵਧੇ ਹੋਏ ਪੱਧਰ ਅਤੇ ਐਡਮਿੰਟਨ ਅਤੇ ਕੈਲਗਰੀ ਵਿੱਚ ਹਿੰਸਕ ਘਟਨਾਵਾਂ ਦੇ ਮੁਕੱਦਮੇ ਵਿੱਚ ਧਿਆਨ ਕੇਂਦਰਿਤ ਕਰਨਗੀਆਂ। ਪ੍ਰੋਵਿੰਸ ਨੇ ਕਿਹਾ ਕਿ ਇਹ ਸਰਕਾਰੀ ਵਕੀਲ ਕਮਿਊਨਿਟੀਜ਼ ਦੇ ਖਾਸ ਮੁੱਦਿਆਂ ਤੇ ਧਿਆਨ ਕੇਂਦਰਿਤ ਕਰਨ ਲਈ ਪੁਲਿਸ ਨਾਲ ਕੰਮ ਕਰਨਗੇ, ਜਿਸ ਵਿੱਚ ਡਰੱਗ ਹਾਊਸ, ਉਪਲਬਧ ਸਮਾਜਿਕ ਸਹਾਇਤਾ ਅਤੇ ਕੀਤੇ ਜਾ ਰਹੇ ਅਪਰਾਧਾਂ ਦੀਆਂ ਕਿਸਮਾਂ ਨਾਲ ਉਹਨਾਂ ਦੇ ਸਬੰਧ ਸ਼ਾਮਲ ਹਨ। ਐਲਬਰਟਾ ਸਰਕਾਰ ਦੀ ਸਥਿਤੀ ਬਿਲਕੁਲ ਸਪਸ਼ਟ ਹੈ। ਐਲਬਰਟਾ ਵਿੱਚ ਅਪਰਾਧੀਆਂ ਲਈ ਕੋਈ ਸੁਰੱਖਿਅਤ ਪਨਾਹਗਾਹ ਨਹੀਂ ਹੈ। ਐਮਰੀ ਨੇ ਕਿਹਾ, ਇਹ ਤਬਦੀਲੀਆਂ ਇਸ ਗੱਲ ਨੂੰ ਯਕੀਨੀ ਬਣਾਉਣ ਲਈ ਸਾਡੇ ਮੌਜੂਦਾ ਯਤਨਾਂ ਨੂੰ ਜੋੜਦੀਆਂ ਹਨ ਕਿ ਸਾਰੇ ਅਪਰਾਧੀਆਂ, ਖਾਸ ਕਰਕੇ ਹਿੰਸਕ ਅਪਰਾਧ ਨੂੰ ਦੁਹਰਾਉਣ ਵਾਲੇ, ਉਹਨਾਂ ਦੀਆਂ ਕਾਰਵਾਈਆਂ ਲਈ ਜਵਾਬਦੇਹ ਠਹਿਰਾਏ ਜਾਣ। ਸਰਕਾਰ ਨੇ ਕਿਹਾ ਕਿ ਸੂਬੇ ਦੇ ਜ਼ਮਾਨਤ ਪ੍ਰੋਟੋਕੋਲ ਵਿੱਚ ਤਬਦੀਲੀਆਂ ਜਨਤਕ ਸੁਰੱਖਿਆ ਨੂੰ ਤਰਜੀਹ ਦੇਣ ਲਈ ਕੀਤੀਆਂ ਜਾਣਗੀਆਂ ਅਤੇ ਅਪਰਾਧ ਦੁਹਰਾਉਣ ਵਾਲੇ ਹਿੰਸਕ ਅਪਰਾਧੀ ਗਿਰੋਹ ਦੀ ਗਤੀਵਿਧੀ ਕਾਰਨ ਹੋਣ ਵਾਲੇ ਅਪਰਾਧ ਤੇ ਸਖਤ ਪਹੁੰਚ ਅਪਣਾਈ ਜਾਵੇਗੀ। ਐਲਬਰਟਾ ਸਰਕਾਰ ਨੇ ਕਿਹਾ ਕਿ ਪ੍ਰੋਟੋਕੋਲ ਸਰਕਾਰੀ ਵਕੀਲਾਂ ਨੂੰ ਕਿਸੇ ਵੀ ਦੋਸ਼ੀ ਨੂੰ ਹਿਰਾਸਤ ਵਿੱਚ ਲੈਣ ਲਈ ਮਾਰਗਦਰਸ਼ਨ ਪ੍ਰਦਾਨ ਕਰਦਾ ਹੈ, ਜੋ ਜਨਤਕ ਸੁਰੱਖਿਆ ਲਈ ਖਤਰਾ ਹੈ, ਖਾਸ ਤੌਰ ਤੇ ਹਿੰਸਕ ਅਪਰਾਧ ਨੂੰ ਦੁਹਰਾਉਣ ਵਾਲੇ ਕੇਸਾਂ ਵਿੱਚ, ਜਦੋਂ ਤੱਕ ਕਿ ਜਨਤਕ ਸੁਰੱਖਿਆ ਲਈ ਖਤਰੇ ਨੂੰ ਜ਼ਮਾਨਤ ਦੀਆਂ ਸ਼ਰਤਾਂ ਦੁਆਰਾ ਹੱਲ ਨਹੀਂ ਕੀਤਾ ਜਾ ਸਕਦਾ। ਪ੍ਰੋਸੀਕਿਊਟਰਾਂ ਨੂੰ ਇਸ ਖਤਰੇ ਦਾ ਮੁਲਾਂਕਣ ਕਰਨਾ ਚਾਹੀਦਾ ਹੈ ਕਿ ਜੇਕਰ ਦੋਸ਼ੀ ਰਿਹਾ ਕਰ ਦਿੱਤਾ ਜਾਂਦਾ ਹੈ ਤਾਂ ਉਹ ਇੱਕ ਹੋਰ ਅਪਰਾਧ ਕਰੇਗਾ। ਤੁਹਾਨੂੰ ਦੱਸ ਦਈਏ ਕਿ ਜੁਲਾਈ ਵਿੱਚ ਐਡਮਿੰਟਨ ਦੇ ਮੇਅਰ ਅਮਰਜੀਤ ਸੋਹੀ ਨੇ ਫੈਡਰਲ ਨਿਆਂ ਮੰਤਰੀ ਨੂੰ ਇੱਕ ਪੱਤਰ ਲਿਖ ਕੇ ਜ਼ਮਾਨਤ ਸੁਧਾਰ ਤੇ ਤੁਰੰਤ ਕਾਰਵਾਈ ਦੀ ਮੰਗ ਕੀਤੀ ਸੀ। ਸੋਹੀ ਦੇ ਪੱਤਰ ਵਿੱਚ ਐਡਮਿੰਟਨ ਖੇਤਰ ਵਿੱਚ ਰਹਿ ਰਹੇ ਸੁਧਾਰਾਤਮਕ ਸਹੂਲਤਾਂ ਵਿੱਚ ਅਤੇ ਪੈਰੋਲੀਆਂ ਦੀਆਂ ਉੱਚ ਇਕਾਗਰਤਾ ਦੇ ਮੱਦੇਨਜ਼ਰ ਬਿਹਤਰ ਰਿਹਾਈ ਅਤੇ ਪੁਨਰ ਏਕੀਕਰਨ ਯੋਜਨਾਵਾਂ ਦੀ ਵੀ ਬੇਨਤੀ ਕੀਤੀ ਗਈ ਹੈ। ਐਮਰੀ ਨੇ ਕਿਹਾ ਕਿ ਉਹ ਐਲਬਰਟਾ ਦੇ ਟ੍ਰਿਆਸ ਪ੍ਰੈਕਟਿਸ ਪ੍ਰੋਟੋਕੋਲ ਨੂੰ ਵੀ ਖਤਮ ਕਰ ਰਿਹਾ ਹੈ, ਜੋ ਕਿ 2017 ਵਿੱਚ ਸ਼ੁਰੂ ਕੀਤਾ ਗਿਆ ਸੀ। ਇਸ ਨੂੰ ਲਿਆਉਣ ਵਾਲੀ ਸਰਕਾਰ ਨੇ ਕਿਹਾ ਕਿ ਪ੍ਰੋਟੋਕੋਲ ਦਾ ਉਦੇਸ਼ ਅਜਿਹੇ ਕੇਸਾਂ ਤੇ ਧਿਆਨ ਕੇਂਦਰਿਤ ਕਰਕੇ ਅਤੇ ਕੇਸਾਂ ਨੂੰ ਤੇਜ਼ੀ ਨਾਲ ਹੱਲ ਕਰਨ ਦੇ ਤਰੀਕੇ ਲੱਭਣ ਦੁਆਰਾ ਆਪਣੇ ਸਰੋਤਾਂ ਉੱਤੇ ਦਬਾਅ ਦਾ ਸਾਹਮਣਾ ਕਰ ਰਹੇ ਅਦਾਲਤੀ ਪ੍ਰਣਾਲੀ ਨਾਲ ਨਜਿੱਠਣ ਵਿੱਚ ਵਕੀਲਾਂ ਦੀ ਮਦਦ ਕਰਨਾ ਸੀ, ਜਿਸ ਨੂੰ ਲੈ ਕੇ ਐਲਬਰਟਾ ਸਰਕਾਰ ਨੇ ਕਿਹਾ ਕਿ ਪ੍ਰੋਟੋਕਾਲ ਦੇ ਖਾਤਮੇ ਨਾਲ ਕਮਿਊਨਿਟੀ ਵਿੱਚ ਹਿੰਸਕ ਅਪਰਾਧਾਂ ਨੂੰ ਹੱਲ ਕਰਨ ਵਿੱਚ ਮਦਦ ਮਿਲੇਗੀ ਅਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਸਾਰੇ ਵਿਹਾਰਕ ਦੋਸ਼ਾਂ ਤੇ ਮੁਕੱਦਮਾ ਚਲਾਇਆ ਜਾਵੇ। ਪਬਲਿਕ ਸੇਫਟੀ ਮੰਤਰੀ ਮਾਈਕ ਐਲਿਸ ਨੇ ਕਿਹਾ ਕਿ ਫੈਡਰਲ ਸਰਕਾਰ ਵੱਲੋਂ ਲੋੜੀਂਦੇ ਜ਼ਮਾਨਤ ਸੁਧਾਰਾਂ ਦੀ ਅਣਹੋਂਦ ਵਿੱਚ ਐਲਬਰਟਾ ਇਹ ਯਕੀਨੀ ਬਣਾਉਣ ਲਈ ਇੱਕ ਜ਼ੀਰੋ ਟੋਲਰੈਂਸ ਪਹੁੰਚ ਅਪਣਾ ਰਿਹਾ ਹੈ ਕਿ ਨਾਗਰਿਕ ਆਪਣੇ ਭਾਈਚਾਰਿਆਂ ਵਿੱਚ ਸੁਰੱਖਿਅਤ ਮਹਿਸੂਸ ਕਰਨ ਅਤੇ ਸੁਰੱਖਿਅਤ ਰਹਿਣ। ਐਲਿਸ ਨੇ ਕਿਹਾ ਕਿ ਹਿੰਸਾ, ਸਮਾਜਿਕ ਵਿਗਾੜ ਅਤੇ ਖੁੱਲ੍ਹੇ ਤਰੀਕੇ ਨਾਲ ਨਸ਼ੀਲੇ ਪਦਾਰਥਾਂ ਦੀ ਵਰਤੋਂ ਅਸਵੀਕਾਰਨਯੋਗ ਹੈ ਅਤੇ ਅਸੀਂ ਇਹ ਯਕੀਨੀ ਬਣਾਉਣ ਲਈ ਆਪਣੀ ਸ਼ਕਤੀ ਵਿੱਚ ਸਭ ਕੁਝ ਕਰਾਂਗੇ ਕਿ ਉਹ ਐਲਬਰਟਾ ਵਾਸੀਆਂ ਲਈ ਸੁਰੱਖਿਅਤ ਹਨ। ਐਲਿਸ ਨੇ ਸੰਕੇਤ ਦਿੱਤਾ ਕਿ ਕੈਲਗਰੀ ਅਤੇ ਐਡਮਿੰਟਨ ਵਿੱਚ ਬਿਨਾਂ ਭੜਕਾਹਟ ਦੇ ਹਮਲੇ ਇਤਿਹਾਸਕ ਤੌਰ ਤੇ ਮੁਕਾਬਲਤਨ ਅਸਧਾਰਨ ਰਹੇ ਹਨ, ਪਰ ਸੁਝਾਅ ਦਿੱਤਾ ਕਿ ਉਹਨਾਂ ਸ਼ਹਿਰਾਂ ਵਿੱਚ ਹਾਲ ਹੀ ਵਿੱਚ ਹੋਏ ਕਤਲੇਆਮ ਅਤੇ ਹਮਲਿਆਂ ਨੇ ਚਿੰਤਾਵਾਂ ਵਧਾ ਦਿੱਤੀਆਂ ਹਨ। ਉਸਨੇ ਕਿਹਾ ਕਿ ਇੱਕ ਪੁਲਿਸ ਅਧਿਕਾਰੀ ਵਜੋਂ ਆਪਣੇ ਸਮੇਂ ਦੌਰਾਨ ਹਿੰਸਕ ਅਪਰਾਧਾਂ ਵਿੱਚ ਸ਼ਾਮਲ ਵਿਅਕਤੀਆਂ ਦਾ ਇੱਕ ਦੂਜੇ ਨੂੰ ਜਾਣਨਾ ਆਮ ਗੱਲ ਸੀ। ਹੁਣ ਅਸੀਂ ਉਹਨਾਂ ਨਾਗਰਿਕਾਂ ਤੇ ਹਿੰਸਕ ਹਮਲਿਆਂ ਵਿੱਚ ਵਾਧਾ ਦੇਖ ਰਹੇ ਹਾਂ ਜੋ ਸਿਰਫ ਆਪਣੇ ਰੋਜ਼ਾਨਾ ਦੇ ਕਾਰੋਬਾਰ ਲਈ ਜਾ ਰਹੇ ਹਨ।
ਵਿਰੋਧੀ ਧਿਰ ਐਨਡੀਪੀ ਨਿਆਂ ਦੇ ਆਲੋਚਕ ਇਰਫਾਨ ਸਬੀਰ ਨੇ ਯੂਸੀਪੀ ਸਰਕਾਰ ਦੇ ਐਲਾਨ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਇਸ ਨੂੰ ਖਰਚਿਆਂ ਵਿੱਚ ਕਟੌਤੀ ਨੂੰ ਉਲਟਾਉਣ ਅਤੇ ਅਪਰਾਧਾਂ ਦੀ ਰੋਕਥਾਮ ਦੁਹਰਾਉਣ ਵਾਲੇ ਅਪਰਾਧੀਆਂ ਨੂੰ ਰੋਕਣ ਅਤੇ ਅਪਰਾਧ ਦੇ ਸਮਾਜਿਕ ਨਿਰਣਾਇਕਾਂ ਨੂੰ ਹੱਲ ਕਰਨ ਲਈ ਫੰਡ ਪ੍ਰਦਾਨ ਕਰਨ ਵਿੱਚ ਨਿਵੇਸ਼ ਕਰਨ ਦੀ ਲੋੜ ਹੈ। ਬੀਤੇ ਦਿਨ ਏਅਰ ਟਰੀ ਆਰਸੀਐਮਪੀ ਅਫਸਰਾਂ ਨੇ ਖੇਤਰ ਵਿੱਚ ਇੱਕ ਪੈਦਲ ਯਾਤਰੀ ਨੂੰ ਇੱਕ ਵਾਹਨ ਦੁਆਰਾ ਟੱਕਰ ਮਾਰਨ ਤੋਂ ਬਾਅਦ ਕ੍ਰੋਸ ਆਇਰਨ ਮਿਲ ਦੇ ਨੇੜੇ ਕੁਈਨ ਐਲਿਜ਼ਾਬੈਥ ਹਾਈਵੇ 2 ਦੇ ਇੱਕ ਹਿੱਸੇ ਨੂੰ ਬੰਦ ਕਰ ਦਿੱਤਾ ਸੀ। ਲੰਘੇ ਸੋਮਵਾਰ ਸ਼ਾਮ ਨੂੰ ਜਾਰੀ ਕੀਤੇ ਗਏ ਰਿਲੀਜ਼ ਦੇ ਮੁਤਾਬਕ ਇੱਕ ਪੈਦਲ ਯਾਤਰੀ ਨੂੰ ਕ੍ਰੋਸ ਆਇਰਨ ਮਿਲਸ ਦੇ ਬਿਲਕੁਲ ਦੱਖਣ ਵਿੱਚ ਕੁਈਨ ਐਲਿਜ਼ਾਬੈਥ 2 ਦੀਆਂ ਉਤਰੀਆਂ ਲੇਨਾਂ ਵਿੱਚ ਇੱਕ ਵਾਹਨ ਨੇ ਟੱਕਰ ਮਾਰੀ ਸੀ। आरसीएमपी ਦੀ ਜਾਣਕਾਰੀ ਮੁਤਾਬਕ ਪੈਦਲ ਯਾਤਰੀ ਨੂੰ ਗੰਭੀਰ ਸੱਟਾਂ ਨਾਲ ਹਸਪਤਾਲ ਲਿਜਾਇਆ ਗਿਆ। ਇਸ ਸੜਕ ਹਾਦਸੇ ਤੋਂ ਬਾਅਦ ਆਰਸੀਐਮਪੀ ਨੇ ਹਾਈਵੇ ਦੇ ਉੱਤਰ ਵੱਲ ਜਾਣ ਵਾਲੀ ਇੱਕ ਲੇਨ ਨੂੰ ਬੰਦ ਕਰ ਦਿੱਤਾ ਸੀ। ਫਿਲਹਾਲ ਮਾਮਲੇ ਵਿੱਚ ਆਰਸੀਐਮਪੀ ਵੱਲੋਂ ਜਾਂਚ ਕੀਤੀ ਜਾ ਰਹੀ ਹੈ, ਪਰ ਇਸ ਪੂਰੀ ਘਟਨਾ ਨੂੰ ਲੈ ਕੇ ਅਧਿਕਾਰੀਆਂ ਨੇ ਕਿਹਾ ਕਿ ਕਾਰਾਂ ਚਲਾਉਣ ਵਾਲੇ ਡਰਾਈਵਰਾਂ ਨੂੰ ਸੜਕ ਤੇ ਚੱਲ ਰਹੇ ਬਾਕੀ ਯਾਤਰੀਆਂ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਅਤੇ ਸੇਫਟੀ ਨਾਲ ਵਾਹਨ ਚਲਾਉਣਾ ਚਾਹੀਦਾ ਹੈ। ਹੈਲਥ ਕੈਨੇਡਾ ਨੇ ਪਤਝੜ ਦਾ ਮੌਸਮ ਨੇੜੇ ਆਉਣ ਤੇ ਵਾਇਰਸ ਵਿਰੁੱਧ ਦੇਸ਼ ਦੀ ਰੱਖਿਆ ਨੂੰ ਮਜ਼ਬੂਤ ਕਰਨ ਦੀ ਉਮੀਦ ਵਿੱਚ ਕੋਵਿਡ-19 ਬੂਸਟਰ ਸ਼ਾਟ ਦੀ ਉਤਸੁਕਤਾ ਨਾਲ ਉਮੀਦ ਕੀਤੇ ਜਾਣ ਨੂੰ ਹਰੀ ਝੰਡੀ ਦੇ ਦਿੱਤੀ ਹੈ। ਹੈਲਥ ਰੈਗੂਲੇਟਰ ਨੇ 6 ਮਹੀਨੇ ਅਤੇ ਇਸ ਤੋਂ ਵੱਧ ਉਮਰ ਦੇ ਸਾਰੇ ਕੈਨੇਡੀਅਨਸ ਲਈ ਮੋਡਰਨਾ ਦੁਆਰਾ ਬਣਾਏ ਗਏ ਅਪਡੇਟ ਕੀਤੇ ਟੀਕੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸਮੀਖਿਆ ਅਧੀਨ ਅਪਡੇਟ ਕੀਤੇ ਗਏ ਫਾਈਜ਼ਰ ਅਤੇ ਨੋਵਾਵੈਕਸ ਵੈਕਸੀਨ ਲਈ ਮਨਜ਼ੂਰੀ ਦਾ ਐਲਾਨ ਨਹੀਂ ਕੀਤਾ ਗਿਆ ਹੈ। अपडेट किया mRNA वैक्सीन XBB.1.5 ओमिक्रॉन सब वेरिएंट ਲਈ ਤਿਆਰ ਕੀਤਾ ਗਿਆ ਹੈ ਜੋ ਦੇਸ਼ ਵਿੱਚ ਫਿਲਹਾਲ ਫੈਲ ਰਿਹਾ ਹੈ। ਇਸ ਵਿੱਚ ਵਾਧੂ ਕ੍ਰਮ ਵੀ ਹਨ ਜੋ ਹੋਰ ਓਮਿਕਰੋਨ ਵੇਰੀਐਂਟਸ ਨੂੰ ਨਿਸ਼ਾਨਾ ਬਣਾਉਂਦੇ ਹਨ। ਕੈਨੇਡਾ ਦੀ ਮੁੱਖ ਜਨ ਸਿਹਤ ਅਧਿਕਾਰੀ ਡਾਕਟਰ ਥੈਰੇਸਾ ਟੈਮ ਨੇ ਇੱਕ ਬਰੀਫਿੰਗ ਦੌਰਾਨ ਕਿਹਾ ਕਿ ਵੈਕਸੀਨ ਅਕਤੂਬਰ ਦੇ ਸ਼ੁਰੂ ਵਿੱਚ ਇਨਫਲੂਐਂਜ਼ਾ ਦੇ ਸ਼ਾਟ ਦੇ ਅਨੁਸਾਰ ਜ਼ਿਆਦਾਤਰ ਪ੍ਰੋਵਿੰਸਾਂ ਅਤੇ ਪ੍ਰਦੇਸ਼ਾਂ ਵਿੱਚ ਰੋਲ ਆਊਟ ਹੋਣ ਦੀ ਉਮੀਦ ਹੈ। ਹੈਲਥ ਕੈਨੇਡਾ ਦੇ ਸੀਨੀਅਰ ਮੈਡੀਕਲ ਸਲਾਹਕਾਰ ਡਾਕਟਰ ਸੁਪ੍ਰਿਆ ਸ਼ਰਮਾ ਨੇ ਕਿਹਾ ਕਿ ਇਸ ਟੀਕੇ ਨਾਲ ਇੱਕ ਮਜ਼ਬੂਤ ਇਮਿਊਨ ਪ੍ਰਤੀਕਿਰਿਆ ਪ੍ਰਦਾਨ ਹੋਣ ਦੀ ਉਮੀਦ ਹੈ ਜੋ ਓਮਿਕਰੋਨ XBB.1.5 ਦੇ ਵੇਰੀਐਂਟ ਦੇ ਵਿਰੁੱਧ ਪ੍ਰਭਾਵੀ ਹੋਵੇਗਾ। ਉਹਨਾਂ ਕਿਹਾ ਕਿ ਜਿਨ੍ਹਾਂ ਦੀ ਉਮਰ 5 ਸਾਲ ਜਾਂ ਇਸ ਤੋਂ ਵੱਧ ਹੈ ਉਹਨਾਂ ਨੂੰ ਟੀਕੇ ਦੀ ਇੱਕ ਖੁਰਾਕ ਲੈਣੀ ਚਾਹੀਦੀ ਹੈ। 6 ਮਹੀਨਿਆਂ ਤੋਂ 4 ਸਾਲ ਦੀ ਉਮਰ ਦੇ ਬੱਚਿਆਂ ਨੂੰ 2 ਖੁਰਾਕਾਂ ਮਿਲਣੀਆਂ ਚਾਹੀਦੀਆਂ ਹਨ ਜੇਕਰ ਉਹਨਾਂ ਨੂੰ ਪਹਿਲਾਂ ਕੋਵਿਡ-19 ਦਾ ਟੀਕਾ ਨਹੀਂ ਲਗਾਇਆ ਗਿਆ ਹੈ। ਸ਼ਰਮਾ ਨੇ ਅੱਗੇ ਕਿਹਾ ਕਿ ਜੇਕਰ ਉਹਨਾਂ ਨੂੰ ਪਹਿਲਾਂ ਇੱਕ ਜਾਂ ਇੱਕ ਤੋਂ ਵੱਧ ਖੁਰਾਕਾਂ ਦਾ ਟੀਕਾ ਲਗਾਇਆ ਗਿਆ ਹੈ ਤਾਂ ਉਹਨਾਂ ਨੂੰ ਇੱਕ ਖੁਰਾਕ ਮਿਲਣੀ ਚਾਹੀਦੀ ਹੈ। ਇਹ ਮਨਜ਼ੂਰੀ ਕੋਵਿਡ-19 ਦੇ ਨਵੇਂ ਰੂਪਾਂ BA.2.86 ਅਤੇ EG.5 ਦੇ ਰੂਪ ਵਿੱਚ ਮਿਲੀ ਹੈ ਜੋ ਮੌਜੂਦਾ ਟੀਕਿਆਂ ਦੀ ਪ੍ਰਭਾਵਸ਼ੀਲਤਾ ਅਤੇ ਜਨਤਕ ਸਿਹਤ ਉਪਾਵਾਂ ਵਿੱਚ ਨਿਰੰਤਰ ਚੌਕਸੀ ਦੀ ਲੋੜ ਬਾਰੇ ਚਿੰਤਾਵਾਂ ਪੈਦਾ ਕਰਦੇ ਹੋਏ ਦੇਸ਼ ਵਿੱਚ ਫੈਲ ਰਿਹਾ ਹੈ। ਕੈਨੇਡਾ ਵਿੱਚ ਪਿਛਲੇ ਕੁਝ ਹਫ਼ਤਿਆਂ ਵਿੱਚ ਰਿਪੋਰਟ ਕੀਤੇ ਗਏ ਕੋਵਿਡ-19 ਦੇ ਮਾਮਲਿਆਂ ਵਿੱਚ ਵਾਧਾ ਦੇਖਿਆ ਗਿਆ ਹੈ ਜਿਸ ਨੂੰ ਟੈਮ ਨੇ ਕੁਝ ਹੱਦ ਤੱਕ ਇਮਿਊਨਿਟੀ ਘਟਣ ਦਾ ਕਾਰਨ ਦੱਸਿਆ ਹੈ ਕਿਉਂਕਿ ਸਮੇਂ ਦੇ ਨਾਲ ਵੈਕਸੀਨ ਦੀ ਪ੍ਰਭਾਵਸ਼ੀਲਤਾ ਘਟਦੀ ਜਾ ਰਹੀ ਹੈ। ਇਹ ਫੈਸਲਾ ਸੰਯੁਕਤ ਰਾਜ ਅਮਰੀਕਾ ਵੱਲੋਂ ਅਪਡੇਟ ਕੀਤੇ ਕੋਵਿਡ-19 ਟੀਕਿਆਂ ਨੂੰ ਮਨਜ਼ੂਰੀ ਦੇਣ ਤੋਂ ਇੱਕ ਦਿਨ ਬਾਅਦ ਆਇਆ ਹੈ। ਮੋਡਰਨਾ ਅਤੇ ਫਾਈਜ਼ਰ ਦੇ ਸ਼ਾਟ ਜ਼ਿਆਦਾਤਰ ਲੋਕਾਂ ਲਈ ਉਪਲਬਧ ਹਨ ਭਾਵੇਂ ਉਹਨਾਂ ਨੇ ਕਦੇ ਵੀ ਕੋਰੋਨਾ ਵਾਇਰਸ ਟੀਕਾਕਰਨ ਨਹੀਂ ਕੀਤਾ ਹੋਵੇ। ਬਿਮਾਰੀ ਨਿਯੰਤਰਣ ਅਤੇ ਰੋਕਥਾਮ ਕੇਂਦਰਾਂ ਨੂੰ ਅਜੇ ਵੀ ਟੀਕਿਆਂ ਦੇ ਦਸਤਖਤ ਕਰਨੇ ਚਾਹੀਦੇ ਹਨ। 6 ਸਤੰਬਰ ਨੂੰ ਫਾਈਜ਼ਰ ਨੇ ਕਿਹਾ ਕਿ ਇਸ ਦੀ ਨਵੀਂ ਕੋਵਿਡ-19 ਵੈਕਸੀਨ ਨੇ ਚੂਹਿਆਂ ਵਿੱਚ ਇੱਕ ਪ੍ਰੀ ਕਲੀਨਿਕਲ ਅਧਿਐਨ ਵਿੱਚ ਕੋਰੋਨਾ ਵਾਇਰਸ ਦੇ ਬਹੁਤ ਜ਼ਿਆਦਾ ਪਰਿਵਰਤਿਤ BA.2.86 ਰੂਪ ਦੇ ਵਿਰੁੱਧ ਇੱਕ ਮਜ਼ਬੂਤ ਐਂਟੀਬਾਡੀ ਪ੍ਰਤੀਕਿਰਿਆ ਪ੍ਰਾਪਤ ਕੀਤੀ ਹੈ। ਮੋਡਰਨਾ ਨਾਲ ਇਹ ਵੀ ਪਤਾ ਲੱਗਿਆ ਹੈ ਕਿ ਮਨੁੱਖਾਂ ਵਿੱਚ ਕਲੀਨਿਕਲ ਅਜਮਾਇਸ਼ ਡਾਟਾ ਨੇ ਦਿਖਾਇਆ ਹੈ ਕਿ ਇਸ ਦਾ ਅਪਡੇਟ ਕੀਤਾ ਗਿਆ ਸ਼ਾਟ ਸੰਭਾਵਿਤ ਰੂਪ ਵਿੱਚ ਪ੍ਰਭਾਵੀ ਹੋਵੇਗਾ। ਟੈਮ ਨੇ ਕਿਹਾ ਕਿ ਟੀਕਾਕਰਨ ਤੇ ਰਾਸ਼ਟਰੀ ਸਲਾਹਕਾਰ ਕਮੇਟੀ NCI ਅਜੇ ਵੀ ਅਧਿਕਾਰਿਤ ਉਮਰ ਸਮੂਹਾਂ ਨੂੰ ਇਸ ਗਿਰਾਵਟ ਵਿੱਚ ਉਹਨਾਂ ਦੀ ਆਖਰੀ ਟੀਕੇ ਦੀ ਖੁਰਾਕ ਜਾਂ ਲਾਗ ਦੇ 6 ਮਹੀਨਿਆਂ ਬਾਅਦ ਇੱਕ ਅਪਡੇਟ ਕੀਤੀ ਕੋਵਿਡ-19 ਟੀਕੇ ਦੀ ਖੁਰਾਕ ਲੈਣ ਦੀ ਸਿਫਾਰਿਸ਼ ਕਰ ਰਹੀ ਹੈ। ਪ੍ਰੋਵਿੰਸ ਅਤੇ ਟੈਰੀਟਰੀਜ਼ ਬੂਸਟਰ ਇਸ ਬਾਰੇ ਵਾਧੂ ਜਾਣਕਾਰੀ ਦੇਣਗੇ ਅਤੇ ਟੈਮ ਨੇ ਕਿਹਾ ਕਿ ਕੈਨੇਡਾ ਭਰ ਵਿੱਚ ਟੀਕਾਕਰਨ ਪ੍ਰੋਗਰਾਮਾਂ ਦਾ ਸਮਰਥਨ ਕਰਨ ਲਈ ਅਪਡੇਟ ਕੀਤੇ ਕੋਵਿਡ-19 ਟੀਕਿਆਂ ਦੀ ਲੋੜੀਂਦੀ ਸਪਲਾਈ ਹੋਵੇਗੀ। ਟੈਮ ਨੇ ਕਿਹਾ ਇਨਫਲੂਐਂਜ਼ਾ, RSV ਅਤੇ ਕੋਵਿਡ-19 ਦੇ ਸਹਿ ਸਰਕੂਲੇਸ਼ਨ ਦੇ ਸੰਬੰਧ ਵਿੱਚ ਇਸ ਪਤਝੜ ਅਤੇ ਸਰਦੀਆਂ ਵਿੱਚ ਕੀ ਹੋਵੇਗਾ ਇਹ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ ਕਿਉਂਕਿ ਇਹ ਅਜੇ ਵੀ ਸੀਜ਼ਨ ਵਿੱਚ ਸ਼ੁਰੂਆਤੀ ਹੈ। ਪਰ ਚੰਗੀ ਖਬਰ ਇਹ ਹੈ ਕਿ ਇਹਨਾਂ ਵਾਇਰਸਾਂ ਦੇ ਇੱਕੋ ਸਮੇਂ ਵਧਣ ਦੀ ਸਥਿਤੀ ਵਿੱਚ ਅਸੀਂ ਤਿਆਰ ਹੋ ਸਕਦੇ ਹਾਂ ਅਤੇ ਆਪਣੇ ਆਪ ਨੂੰ ਬਚਾ ਸਕਦੇ ਹਾਂ। ਟੈਮ ਨੇ ਇਸ ਗਿਰਾਵਟ ਵਿੱਚ ਇੱਕ ਬੂਸਟਰ ਦੇ ਨਾਲ-ਨਾਲ ਇੱਕ ਫਲੂ ਸ਼ਾਟ ਪ੍ਰਾਪਤ ਕਰਨ ਦੀ ਮਹੱਤਤਾ ਤੇ ਜ਼ੋਰ ਦਿੱਤਾ। ਉਸਨੇ ਕਿਹਾ ਕਿ ਅਜਿਹਾ ਕਰਨਾ ਸੁਰੱਖਿਅਤ ਹੈ। ਇਸ ਦੌਰਾਨ ਸੁਪ੍ਰਿਆ ਸ਼ਰਮਾ ਨੇ ਕਿਹਾ ਕਿ ਸਮੇਂ ਦੇ ਨਾਲ ਵੈਕਸੀਨ ਸੁਰੱਖਿਆ ਘਟਦੀ ਜਾਂਦੀ ਹੈ ਜਿਸ ਦਾ ਮਤਲਬ ਹੈ ਕਿ ਸਾਡੇ ਵਿੱਚੋਂ ਬਹੁਤ ਸਾਰੇ ਲੋਕਾਂ ਨੂੰ ਇੱਕ ਹੋਰ ਵੈਕਸੀਨ ਸ਼ਾਟ ਦੀ ਲੋੜ ਹੈ। ਨਵੇਂ ਫਾਰਮੂਲੇ ਦਾ ਇੱਕ ਸ਼ਾਟ ਪ੍ਰਾਪਤ ਕਰਨ ਨਾਲ ਲੋਕਾਂ ਨੂੰ ਵਰਤਮਾਨ ਵਿੱਚ ਕੋਵਿਡ ਦੇ ਫੈਲ ਰਹੇ ਵੇਰੀਐਂਟਸ ਤੋਂ ਬਚਾਉਣ ਵਿੱਚ ਮਦਦ ਮਿਲੇਗੀ।
ਪਾਮਸਟਨ ਨੇੜੇ ਇੱਕ ਕਾਰ ਦੁਰਘਟਨਾ ਤੋਂ ਬਾਅਦ ਇੱਕ 40 ਸਾਲਾ ਗੋਲਫ ਡਰਾਈਵਰ ਦੀ ਕਥਿਤ ਤੌਰ ਤੇ ਮੌਤ ਹੋ ਗਈ। ਵੈਲਿੰਗਟਨ ਕਾਉਂਟੀ OPP ਨੇ ਕਿਹਾ ਕਿ ਉਹਨਾਂ ਨੇ ਪਿਛਲੇ ਵੀਰਵਾਰ ਨੂੰ ਵੈਲਿੰਗਟਨ ਰੋਡ 123 ਤੇ ਇੱਕ ਸਿੰਗਲ ਵਾਹਨ ਹਾਦਸੇ ਦੀ ਕਾਰਵਾਈ ਦਾ ਜਵਾਬ ਦਿੱਤਾ ਜਦੋਂ ਇੱਕ ਲਾਲ ਮਿਨੀ ਵੈਨ ਇੱਕ ਦਰਖਤ ਨਾਲ ਟਕਰਾ ਗਈ ਸੀ। ਉਹਨਾਂ ਨੇ ਦੱਸਿਆ ਕਿ ਡਰਾਈਵਰ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ ਅਤੇ ਥੋੜੀ ਦੇਰ ਬਾਅਦ ਹੀ ਉਸਨੇ ਦਮ ਤੋੜ ਦਿੱਤਾ। ਫਿਲਹਾਲ ਪੁਲਿਸ ਵੱਲੋਂ ਮਾਮਲੇ ਵਿੱਚ ਜਾਂਚ ਜਾਰੀ ਹੈ। ਦੱਖਣੀ ਚੀਨ ਵਿੱਚ ਪਿਛਲੇ ਕੁਝ ਦਿਨਾਂ ਤੋਂ ਭਾਰੀ ਮੀਂਹ ਨੇ ਤਬਾਹੀ ਮਚਾਈ ਹੋਈ ਹੈ। ਇਸ ਕਾਰਨ ਕਰੀਬ 7 ਲੋਕਾਂ ਦੀ ਮੌਤ ਹੋ ਗਈ ਅਤੇ ਦਰਜਨਾਂ ਮਗਰਮੱਛ ਇੱਕ ਫਾਰਮ ਵਿੱਚੋਂ ਭੱਜਣ ਵਿੱਚ ਕਾਮਯਾਬ ਹੋ ਗਏ। ਚੀਨੀ ਮੀਡੀਆ ਰਿਪੋਰਟਾਂ ਦੇ ਆਧਾਰ ਤੇ ਨਿਊਜ਼ ਏਜੰਸੀ ਨੇ ਦੱਸਿਆ ਕਿ ਪੱਛਮੀ ਗੁਆਂਗਡੋਂਗ ਸੂਬੇ ਦੇ ਤੱਟ ਦੇ ਨੇੜੇ ਸਥਿਤ ਸ਼ਹਿਰ ਮਾਇਓਮਿੰਗ 'ਚ 70 ਤੋਂ ਵੱਧ ਮਗਰਮੱਛ ਫਰਾਰ ਹੋ ਗਏ ਹਨ। ਇਸ ਕਾਰਨ ਪ੍ਰਸ਼ਾਸਨ ਨੇ ਉਸ ਸ਼ਹਿਰ 'ਚ ਅਤੇ ਸ਼ਹਿਰ ਦੇ ਗੁਆਂਢ 'ਚ ਵਸਦੇ ਵਸਨੀਕਾਂ ਨੂੰ ਘਰਾਂ ਵਿੱਚ ਰਹਿਣ ਦੀ ਸਲਾਹ ਦਿੱਤੀ ਹੈ। ਇੱਕ ਐਮਰਜੈਂਸੀ ਅਧਿਕਾਰੀ ਦੇ ਹਵਾਲੇ ਨਾਲ ਦੱਸਿਆ ਗਿਆ ਕਿ 59 ਬਾਲਗ ਅਤੇ 6 ਬੱਚੇ ਮਗਰਮੱਛ ਫਰਾਰ ਹੋ ਗਏ ਹਨ। ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਕਿ ਕੁਝ ਮਗਰਮੱਛਾਂ ਨੂੰ ਫੜ ਲਿਆ ਗਿਆ ਹੈ, ਪਰ ਝੀਲ ਦੀ ਡੂੰਘਾਈ ਬਹੁਤ ਜ਼ਿਆਦਾ ਹੈ, ਜਿਸ ਕਾਰਨ ਕਾਰਵਾਈ ਕਰਨ ਵਿੱਚ ਕੁਝ ਮੁਸ਼ਕਲ ਆ ਰਹੀ ਹੈ। ਹਾਲਾਂਕਿ ਅਜੇ ਤੱਕ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਸਾਹਮਣੇ ਨਹੀਂ ਆਈ ਹੈ। ਜਾਣਕਾਰੀ ਮੁਤਾਬਕ ਕੁਝ ਇਲਾਕਿਆਂ 'ਚ ਜ਼ਮੀਨ ਖਿਸਕਣ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ ਸੀ। ਸਰਕਾਰੀ ਸਮਾਚਾਰ ਏਜੰਸੀ ਸਿਨਹੁਆ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਪੱਛਮ 'ਚ ਗੁਆਂਗਸੀ ਖੇਤਰ ਦੇ ਯੂਲਿਨ ਸ਼ਹਿਰ 'ਚ ਮੀਂਹ ਤੋਂ ਬਾਅਦ ਕਈ ਥਾਵਾਂ ਤੇ ਜ਼ਮੀਨ ਖਿਸਕ ਗਈ ਹੈ, ਜਿਸ ਤੋਂ ਬਾਅਦ 7 ਲੋਕਾਂ ਦੀ ਮੌਤ ਹੋ ਗਈ ਅਤੇ 3 ਲੋਕ ਲਾਪਤਾ ਹੋ ਗਏ। ਲੰਘੇ ਐਤਵਾਰ ਅਤੇ ਸੋਮਵਾਰ ਨੂੰ ਪਏ ਭਾਰੀ ਮੀਂਹ ਕਾਰਨ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ ਸੀ। ਇਸ ਤੋਂ ਪਹਿਲਾਂ ਪਿਛਲੇ ਹਫ਼ਤੇ ਭਾਰੀ ਮੀਂਹ ਕਾਰਨ ਹਾਂਗਕਾਂਗ ਵਿੱਚ ਅਚਾਨਕ ਹੜ੍ਹ ਆ ਗਿਆ ਸੀ, ਜਿਸ ਵਿੱਚ 2 ਲੋਕਾਂ ਦੀ ਮੌਤ ਹੋ ਗਈ ਸੀ। ਪੁਰਤਗਾਲੀ ਕਸਬੇ ਸਾਓ ਲੋਰੈਂਕੋ ਡੈ ਬੈਰੋ ਵਿੱਚ ਸ਼ਰਾਬ ਫੈਕਟਰੀ ਵਿੱਚ ਹਾਦਸੇ ਤੋਂ ਬਾਅਦ ਰੈੱਡ ਵਾਈਨ ਸੜਕਾਂ ਉੱਤੇ ਵਹਿ ਗਈ। ਕਸਬੇ ਦੀਆਂ ਸੜਕਾਂ ਤੇ ਗਲੀਆਂ ਲਾਲ ਹੋ ਗਈਆਂ। ਇਹ ਘਟਨਾ ਉਦੋਂ ਵਾਪਰੀ ਜਦੋਂ 6 ਲੱਖ ਗੈਲਨ ਸ਼ਰਾਬ ਦੇ ਬੈਰਲ ਅਚਾਨਕ ਡਿੱਗ ਗਏ। ਜਿਸ ਕਸਬੇ 'ਚ ਇਹ ਰੈੱਡ ਵਾਈਨ ਦਾ ਹੜ੍ਹ ਆਇਆ, ਉਸ ਦੀ ਆਬਾਦੀ ਸਿਰਫ 2000 ਲੋਕਾਂ ਦੀ ਹੈ। ਮਾਮਲੇ 'ਚ ਤੁਰੰਤ ਕਾਰਵਾਈ ਕਰਦੇ ਹੋਏ ਅਧਿਕਾਰੀਆਂ ਨੇ ਵਾਈਨ ਨਾਲ ਆਏ ਹੜ੍ਹ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਜਾਣਕਾਰੀ ਮੁਤਾਬਕ ਕਸਬੇ 'ਚ ਸ਼ਰਾਬ ਫੈਕਟਰੀ ਨੇੜੇ ਘਰਾਂ ਦੀਆਂ ਬੇਸਮੈਂਟ ਰੈੱਡ ਵਾਈਨ ਨਾਲ ਭਰ ਗਈਆਂ। ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਸੀ। ਇਸ ਤੋਂ ਪਹਿਲਾਂ ਕਿ ਸ਼੍ਰੀਤਮਾ ਨਦੀ ਸ਼ਰਾਬ ਦੀ ਨਦੀ ਵਿੱਚ ਤਬਦੀਲ ਹੋ ਜਾਵੇ, ਰੈੱਡ ਵਾਈਨ ਦੀ ਇੱਕ ਧਾਰਾ ਨੂੰ ਇੱਕ ਨੇੜਲੇ ਖੇਤ ਵੱਲ ਮੋੜ ਦਿੱਤਾ ਗਿਆ ਸੀ। ਇਸ ਦੌਰਾਨ ਲੇਵੇਰਾ ਡਿਸਟਿਲਰੀ ਨੇ ਇਸ ਘਟਨਾ ਲਈ ਮਾਫੀ ਮੰਗੀ ਅਤੇ ਇਸ ਨਾਲ ਹੋਏ ਨੁਕਸਾਨ ਅਤੇ ਖਰਚੇ ਦੀ ਪੂਰੀ ਜ਼ਿੰਮੇਵਾਰੀ ਲਈ ਹੈ। रूस ਦੇ ਇੱਕ ਜਹਾਜ਼ ਨੂੰ ਉਡਾਨ ਦੌਰਾਨ ਆਈ ਤਕਨੀਕੀ ਖਰਾਬੀ ਕਾਰਨ ਬੀਤੇ ਦਿਨ ਇੱਕ ਖੇਤਰ ਵਿੱਚ ਐਮਰਜੈਂਸੀ ਲੈਂਡਿੰਗ ਕਰਨੀ ਪਈ। ਖਾਸ ਗੱਲ ਇਹ ਹੈ ਕਿ ਇਸ ਘਟਨਾ ਦੌਰਾਨ ਜਹਾਜ਼ 'ਚ ਕੁੱਲ 167 ਲੋਕ ਸਵਾਰ ਸਨ। ਹਾਲਾਂਕਿ ਖੁਸ਼ਕਿਸਮਤੀ ਦੀ ਗੱਲ ਇਹ ਹੈ ਕਿ ਇਸ ਐਮਰਜੈਂਸੀ ਲੈਂਡਿੰਗ ਦੌਰਾਨ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਮਾਸਕੋ ਟਾਈਮਸ ਦੀ ਰਿਪੋਰਟ ਦੇ ਮੁਤਾਬਕ ਰੂਸੀ 에ਅਰ ਕੈਰੀਅਰ ਯੂਰਾਲ 에ਅਰਲਾਈਨਸ ਵੱਲੋਂ ਸੰਚਾਲਿਤ 에ਅਰਬਸ A320 ਨੇ ਬਲੈਕ ਸੀ ਰਿਜ਼ੋਰਟ ਸੋਚੀ ਤੋਂ ਸਾਈਬੀਰੀਆ ਸ਼ਹਿਰ ਓਸਮਕ ਲਈ ਉਡਾਨ ਭਰੀ ਸੀ। ਇਸ ਦੌਰਾਨ ਜਹਾਜ਼ ਵਿੱਚ ਤਕਨੀਕੀ ਖਰਾਬੀ ਆ ਗਈ, ਜਿਸ ਤੋਂ ਬਾਅਦ ਐਮਰਜੈਂਸੀ ਲੈਂਡਿੰਗ ਕਰਨੀ ਪਈ। ਰਿਪੋਰਟ ਮੁਤਾਬਕ ਰੂਸੀ ਜਹਾਜ਼ ਨੇ ਸਾਈਬੀਰੀਆ ਖੇਤਰ 'ਚ ਐਮਰਜੈਂਸੀ ਲੈਂਡਿੰਗ ਕੀਤੀ। ਅਧਿਕਾਰੀਆਂ ਨੇ ਜੰਗਲ ਦੇ ਕੋਲ ਇੱਕ ਖੇਤ ਵਿੱਚ ਜਹਾਜ਼ ਦੇ ਉਤਰਨ ਦੀ ਫੁਟੇਜ ਵੀ ਜਾਰੀ ਕੀਤੀ ਹੈ, ਜਿਸ 'ਚ ਜਹਾਜ਼ ਦੇ ਆਲੇ-ਦੁਆਲੇ ਖੜੇ ਲੋਕਾਂ ਨੂੰ ਦੇਖਿਆ ਜਾ ਸਕਦਾ ਹੈ। ਯੂਰਾਲ 에ਅਰਲਾਈਨਸ ਦੇ ਮੁੱਖ ਕਾਰਜਕਾਰੀ ਅਧਿਕਾਰੀ ਸਰਗੇਈ ਸਕਤਰੋਵ ਨੇ ਕਿਹਾ ਕਿ ਓਸਮਕ ਤੱਕ ਪਹੁੰਚਣ ਤੱਕ ਜਹਾਜ਼ ਤੇ ਹਰਾ ਹਾਈਡ੍ਰੋਲਿਕ ਸਿਸਟਮ ਅਸਫਲ ਹੋ ਗਿਆ ਸੀ। ਉਹਨਾਂ ਨੇ ਕਿਹਾ ਕਿ ਜਹਾਜ਼ ਦੇ ਕਮਾਂਡਰ ਨੇ ਨੋਵੋਸਿਬਿਰਸਕ ਵਿੱਚ ਇੱਕ ਵਿਕਲਪ ਦੇ ਤੌਰ ਤੇ 에ਅਰਫੀਲਡ ਤੇ ਉਤਰਨ ਦਾ ਫੈਸਲਾ ਕੀਤਾ, ਪਰ ਬਾਅਦ ਵਿੱਚ ਅਹਿਸਾਸ ਹੋਇਆ ਕਿ ਉੱਥੇ ਕਾਫੀ ਬਾਲਣ ਨਹੀਂ ਹੋਵੇਗਾ। ਅਜਿਹੇ 'ਚ ਜਲਦਬਾਜ਼ੀ 'ਚ ਇਸ ਨੂੰ ਖੇਤ 'ਚ ਉਤਾਰਨ ਦਾ ਫੈਸਲਾ ਲਿਆ ਗਿਆ। ਉਹਨਾਂ ਦੱਸਿਆ ਕਿ ਲੈਂਡਿੰਗ ਸਾਈਬੀਰੀਆ ਦੇ ਨੋਵੋਸਿਬਿਰਸਕ ਖੇਤਰ ਦੇ ਕਾਮੇਕਾ ਪਿੰਡ ਦੇ ਨੇੜੇ ਹੋਈ। ਸਰਗੇਈ ਸਕੂਰਾਤੋਵ ਅਨੁਸਾਰ ਸਾਰੇ ਯਾਤਰੀਆਂ ਨੂੰ ਨੇੜਲੇ ਪਿੰਡ ਵਿੱਚ ਰੱਖਿਆ ਗਿਆ। ਉਸ ਸਮੇਂ ਉਹਨਾਂ ਵਿੱਚੋਂ ਕਿਸੇ ਨੇ ਵੀ ਡਾਕਟਰੀ ਸਹਾਇਤਾ ਨਹੀਂ ਮੰਗੀ। ਤੁਹਾਨੂੰ ਦੱਸ ਦਈਏ ਕਿ ਰੂਸ ਦੀ ਹਵਾਬਾਜ਼ੀ ਉਦਯੋਗ ਪੱਛਮੀ ਪਾਬੰਦੀਆਂ ਕਾਰਨ ਜਹਾਜ਼ਾਂ ਦੀ ਮੁਰੰਮਤ ਲਈ ਸੰਘਰਸ਼ ਕਰ ਰਿਹਾ ਹੈ। ਯੂਰਾਲ 에ਅਰਲਾਈਨਸ ਯੇਕਾਤੇਰਿਨਬਰਗ ਸ਼ਹਿਰ ਵਿੱਚ ਸਥਿਤ ਇੱਕ ਘਰੇਲੂ ਰੂਸੀ 에ਅਰਲਾਈਨ ਹੈ। ਇਸ ਤੋਂ ਪਹਿਲਾਂ ਵੀ ਰੂਸ ਵਿੱਚ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਦਰਅਸਲ 4 ਸਾਲ ਪਹਿਲਾਂ ਇੱਕ ਰੂਸੀ ਜਹਾਜ਼ ਨੂੰ ਪੰਛੀਆਂ ਨਾਲ ਟਕਰਾਉਣ ਤੋਂ ਬਾਅਦ ਮੱਕੀ ਦੇ ਖੇਤ ਵਿੱਚ ਉਤਰਨਾ ਪਿਆ ਸੀ। ਟਰਕੀ ਗੁਫਾ ਵਿੱਚ 3400 ਫੁੱਟ ਦੀ ਡੂੰਘਾਈ ਵਿੱਚ ਇੱਕ ਖੋਜਕਰਤਾ ਫਸ ਗਿਆ, ਜਿਸ ਨੂੰ 9 ਦਿਨਾਂ ਬਾਅਦ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।
ਇਸ ਦੇ ਲਈ 6 ਦੇਸ਼ਾਂ ਦੇ 180 ਲੋਕਾਂ ਨੂੰ ਬਚਾਅ ਮੁਹਿੰਮ ਚਲਾਉਣੀ ਪਈ। ਮਾਰਕ ਟਿਕੇ ਨਾਂ ਦਾ 40 ਸਾਲਾਂ ਦਾ ਖੋਜਕਰਤਾ ਗੁਫਾ ਦਾ ਨਕਸ਼ਾ ਬਣਾਉਣ ਲਈ ਟਰਕੀ ਦੀ ਤੀਜੀ ਸਭ ਤੋਂ ਡੂੰਘੀ ਮੋਰਕਾ ਗੁਫਾ ਵਿੱਚ ਉਤਰਿਆ ਸੀ, ਜਿੱਥੇ ਉਹ 2 ਸਤੰਬਰ ਨੂੰ ਬਿਮਾਰ ਹੋ ਗਿਆ ਅਤੇ ਗੁਫਾ ਵਿੱਚ ਫਸ ਗਿਆ, ਜਿਸ ਤੋਂ ਬਾਅਦ ਉਦੋਂ ਤੋਂ ਹੀ ਉਸ ਨੂੰ ਕੱਢਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਸੀ। ਉਸ ਨੂੰ ਬੀਤੀ ਰਾਤ ਬਾਹਰ ਕੱਢਿਆ ਗਿਆ। ਇਸ ਤੋਂ ਬਾਅਦ ਉਹਨਾਂ ਨੂੰ ਹੈਲੀਕਾਪਟਰ ਰਾਹੀਂ ਨਜ਼ਦੀਕੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਇਸ ਦੌਰਾਨ ਮਾਰਕ ਟਿਕੇ ਦੇ ਮਾਪਿਆਂ ਨੇ ਬਚਾਅ ਕਰਮਚਾਰੀਆਂ ਦਾ ਧੰਨਵਾਦ ਕੀਤਾ। ਉਹਨਾਂ ਨੇ ਕਿਹਾ ਕਿ ਸਾਡਾ ਪੁੱਤਰ ਹੁਣ ਸੁਰੱਖਿਅਤ ਹੈ, ਸਾਨੂੰ ਇਸ ਤੋਂ ਵੱਧ ਕੁਝ ਨਹੀਂ ਚਾਹੀਦਾ। ਗੁਫਾ ਚੋਂ ਬਾਹਰ ਕੱਢੇ ਜਾਣ ਤੋਂ ਬਾਅਦ ਮਾਰਕ ਨੇ ਕਿਹਾ ਕਿ ਜ਼ਮੀਨ ਤੇ ਵਾਪਸ ਆ ਕੇ ਉਸ ਨੂੰ ਚੰਗਾ ਲੱਗਾ। ਮਾਰਕ ਨੇ ਕਿਹਾ ਕਿ ਮੈਨੂੰ ਮਹਿਸੂਸ ਹੋਣ ਲੱਗ ਗਿਆ ਸੀ ਕਿ ਮੈਂ ਗੁਫਾ ਵਿੱਚ ਹੀ ਮਰ ਜਾਵਾਂਗਾ। ਜਾਣਕਾਰੀ ਮੁਤਾਬਕ ਗੁਫਾ 'ਚ ਪਾਣੀ ਅਤੇ ਚਿੱਕੜ ਕਰਕੇ ਬਚਾਅ ਕਾਰਜ ਬਹੁਤ ਮੁਸ਼ਕਲ ਰਿਹਾ। ਜਿਉਂ-ਜਿਉਂ ਬਚਾਅ ਦਲ ਦੇ ਲੋਕ ਹੇਠਾਂ ਉਤਰ ਰਹੇ ਸੀ, ਹਨੇਰਾ ਹੋਰ ਵੀ ਵੱਧ ਰਿਹਾ ਸੀ ਅਤੇ ਤਾਪਮਾਨ ਤੇਜ਼ੀ ਨਾਲ ਘਟ ਰਿਹਾ ਸੀ। ਇਸ ਕਰਕੇ ਬਚਾਅ ਕਰਮਚਾਰੀਆਂ ਨੂੰ ਅੱਗੇ ਵਧਣ ਵਿੱਚ ਦਿੱਕਤ ਆ ਰਹੀ ਸੀ। ਅਮਰੀਕੀ ਖੋਜਕਰਤਾ ਨੂੰ ਬਚਾਉਣ ਲਈ ਬਚਾਅ ਕਰਮਚਾਰੀਆਂ ਨੇ ਗੁਫਾ ਨੂੰ 6 ਭਾਗਾਂ ਵਿੱਚ ਵੰਡਿਆ। ਹਰ ਕਿਸੇ ਦੀ ਵੱਖਰੀ ਜ਼ਿੰਮੇਵਾਰੀ ਸੀ। ਡਾਕਟਰ ਨੂੰ ਵੀ ਨਾਲ ਲਿਆਂਦਾ ਗਿਆ ਤਾਂ ਜੋ ਮਾਰਕ ਨੂੰ ਤੁਰੰਤ ਇਲਾਜ ਦਿੱਤਾ ਜਾ ਸਕੇ। ਟਰਕੀ ਦੀ ਟੀਮ ਸਿਖਰ ਤੇ ਰਹੀ। ਉਸ ਤੋਂ ਬਾਅਦ ਹੰਗਰੀ, ਪੋਲੈਂਡ, ਇਟਲੀ ਅਤੇ ਸਭ ਤੋਂ ਹੇਠਾਂ ਬੁਲਗਾਰੀਆ ਦੀ ਟੀਮ ਰਹੀ। ਜਾਣਕਾਰੀ ਮੁਤਾਬਕ ਮਾਰਕ ਟਿਕੇ ਜਿਸ ਡੂੰਘਾਈ ਵਿੱਚ ਫਸਿਆ ਹੋਇਆ ਸੀ, ਉਸ ਡੂੰਘਾਈ ਤੋਂ ਬਾਹਰ ਆਉਣ ਲਈ ਕਿਸੇ ਵੀ ਤੰਦਰੁਸਤ ਅਤੇ ਤਜਰਬੇਕਾਰ ਵਿਅਕਤੀ ਨੂੰ 15 ਘੰਟੇ ਲੱਗ ਜਾਂਦੇ ਹਨ। ਗੁਫਾ 'ਚ ਨਾ ਸਿਰਫ ਚਿੱਕੜ ਅਤੇ ਪਾਣੀ ਦੀ ਚੁਣੌਤੀ ਸੀ, ਸਗੋਂ ਇਸ ਦੀ ਚੌੜਾਈ ਤੰਗ ਹੋਣ ਕਰਕੇ ਦਮ ਘੁੱਟਣ ਦਾ ਖਤਰਾ ਵੀ ਸੀ। ਇਸ ਗੁਫਾ ਦੀ ਡੂੰਘਾਈ 13,000 ਫੁੱਟ ਦੱਸੀ ਗਈ ਹੈ। ਅੱਜ ਦੇ ਬੁਲੇਟਿਨ ਦੇ ਵਿੱਚ ਇੰਨਾ ਹੀ। ਮੁੜ ਤੋਂ ਹਾਜ਼ਰ ਹੋਵਾਂਗੇ ਨਵੀਆਂ ਖਬਰਾਂ ਦੇ ਨਾਲ। ਤੁਸੀਂ ਵੇਖਦੇ ਰਹੋ BTV, ਬੀ ਪੋਜ਼ਿਟਿਵ, ਬੀ ਯੋਰਸੈਲਫ।